ਅਤੇ ਅਸੀਂ ਇਸ ਵੇਲੇ ਜੁੜ ਚੁੱਕੇ ਹਾਂ ਭਾਈ ਅਮਰੀਕ ਸਿੰਘ ਅਜਨਾਲਾ ਜੀ ਨਾਲ, ਜੋ ਅਜਨਾਲਾ ਵਿਖੇ ਦਮਦਮੀ ਟਕਸਾਲ ਤੀਸਰੇ ਦਲ ਹੈੱਡਕੁਆਟਰ ਦੇ ਮੁਖੀ ਵੀ ਨੇ। ਅਸੀਂ ਉਹਨਾਂ ਨਾਲ ਕੁਝ ਵਿਚਾਰ ਚਰਚਾ ਕਰਾਂਗੇ ਘੱਲੂਘਾਰਾ ਦਿੱਖ ਦੇ ਸੰਬੰਧ 'ਚ, ਔਰ ਉਹਨਾਂ ਕੋਲ ਗੁਰਮਤ, ਸਮਾਜਿਕ ਤੇ ਸੱਭਿਅਕ ਧਾਰਮਿਕ ਜਿਹੜੀਆਂ ਰੋਹ ਰੀਤਾਂ ਨੇ ਉਹਨਾਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਇਸ ਵੇਲੇ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸਿੱਖ ਸੰਗਤਾਂ ਵੱਲੋਂ। ਸਿੱਖ ਮਾਨਸਿਕਤਾ ਦੇ ਇੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤਾ ਗਿਆ ਬੜਾ ਡੂੰਘਾ ਜ਼ਖਮ ਹੈ, ਜਿਹੜਾ ਸ਼ਾਇਦ ਹੈ ਕਿ ਸਦੀਆਂ ਤੱਕ ਵੀ ਮਨਾਂ ਚੋਂ ਮਿਟ ਨਾ ਸਕੇ। ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਨੇ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਸਿੱਖ ਜਿਹੜੀਆਂ ਸੰਗਤਾਂ ਨੇ ਉਹ ਗੁਰਦੁਆਰਿਆਂ 'ਚ ਇਕੱਤਰ ਨਹੀਂ ਹੋ ਸਕਦੀਆਂ। ਜੇ ਇਸ ਤਰ੍ਹਾਂ ਹੋਇਆ ਤਾਂ ਸਿੱਖ ਸੰਗਤਾਂ ਆਪਣਾ ਘੱਲੂਘਾਰਾ ਦਿਵਸ ਕਿਵੇਂ ਮਨਾ ਸਕਣਗੀਆਂ? ਵਾਹਿਗੁਰੂ ਜੀ, ਇਹ ਸਿੱਖ ਕੌਮ ਦਾ ਤੀਜਾ ਘੱਲੂਘਾਰਾ ਹੈ। ਇੱਕ ਵੱਡਾ ਘੱਲੂਘਾਰਾ, ਇੱਕ ਛੋਟਾ ਘੱਲੂਘਾਰਾ, 1 ਜੂਨ 84 ਦਾ ਘੱਲੂਘਾਰਾ। ਇਹ ਆਏ ਸਾਲ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਤੇ ਧਾਰਮਿਕ ਸਥਾਨਾਂ ਤੇ ਮਨਾਇਆ ਜਾਂਦਾ ਹੈ। ਐਤਕੀ ਕਰੋਨਾ ਵਾਇਰਸ ਦੀ ਆੜ ਥੱਲੇ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਨੂੰ ਪੂਰੇ ਤੌਰ ਤੇ ਸੀਲਬੰਦ ਕੀਤਾ ਕਿ ਨਾ ਕਿਸੇ ਨੂੰ ਆਉਣ ਦੇਣਾ ਤੇ ਨਾ ਕਿਸੇ ਨੂੰ ਬਾਹਰ ਜਾਣ ਦੇਣਾ। ਗੁਰਮੁਖੋ, ਜਿਹੜੇ ਸਿੱਖ ਕੌਮ ਦੇ ਅੱਲੇ ਜ਼ਖਮ ਆ, ਇਸ ਤਰ੍ਹਾਂ ਪਾਬੰਦੀਆਂ ਨਾ ਕਰਕੇ ਕਦੇ ਵਾਸਤੇ ਮਿਟਣਗੇ ਨਹੀਂ। ਛੋਟਾ ਘੱਲੂਘਾਰਾ ਵੀ ਮਨਾਇਆ ਜਾਂਦਾ, ਵੱਡਾ ਘੱਲੂਘਾਰਾ ਵੀ ਮਨਾਇਆ ਜਾਂਦਾ ਹੈ। ਜੂਨ 84 ਦਾ ਘੱਲੂਘਾਰਾ ਵੀ ਜਿੱਥੇ ਜਿੱਥੇ ਸਿੱਖ ਬੈਠਾ ਹੈ ਪਾਬੰਦੀ ਦੇ ਦੌਰਾਨ ਜ਼ਰੂਰ ਮਨਾਉਣ ਦੀ ਕੋਸ਼ਿਸ਼ ਕਰੇਗਾ, ਪਰ ਸਿੱਖ ਸੰਗਤਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ, ਸਿੱਖ ਪਰੰਪਰਾ ਨੂੰ ਇੰਨਾ ਜਲੀਲ ਨਹੀਂ ਕਰਨਾ ਚਾਹੀਦਾ। ਆਈ ਵਾਰ ਸਾਨੂੰ ਅਹਿਸਾਸ ਕਰਾਇਆ ਜਾਂਦਾ ਕਿ ਹਿੰਦੁਸਤਾਨ ਆਜ਼ਾਦ ਹੈ, ਪਰ ਇਹਦੇ ਅੰਦਰ ਸਿੱਖ ਇੱਕ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ। ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਾਇਆ ਕਿਹਨੇ ਆ? ਇਹਦੇ ਵਿੱਚ ਕੋਈ ਭੁੱਲ ਭੁਲੇਖੇ ਵਾਲੀ ਲੁਕੀ ਛਿਪੀ ਗੱਲ ਨਹੀਂ। ਬਾਦਲ, ਬਰਨਾਲਾ, ਟੌੜਾ, ਲੌਂਗੋਵਾਲ ਤੇ ਤਲਵੰਡੀ, ਇਹਨਾਂ ਵੱਲੋਂ ਇਹ ਜਿਹੜਾ ਘੱਲੂਘਾਰਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਤੈਅ ਕਰਾਇਆ ਗਿਆ। ਇਹਦੇ ਵਿੱਚ ਕੋਈ ਪਰਦੇ ਵਾਲੀ ਗੱਲ ਨਹੀਂ। ਇਹਨਾਂ ਦੇ ਸਾਈਨ ਕੀਤੇ ਅੱਜ ਜਨਤਕ ਚਿੱਠੀਆਂ ਹੋਈਆਂ। ਸੈਂਟਰ ਸਰਕਾਰ ਦੇ ਨਾਲ ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਇਹਨਾਂ ਲੋਕਾਂ ਨੇ ਅਟੈਕ ਕਰਾਇਆ ਸੀ, ਪਰ ਭਾਵੇਂ ਅੱਜ ਕਰੋਨਾ ਵਾਇਰਸ ਦੀ ਆੜ ਥੱਲੇ ਪੂਰੀ ਤਰ੍ਹਾਂ ਇਹਨਾਂ ਨੇ ਪਾਬੰਦੀ ਲਾਈ ਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਅਸੀਂ ਕਿਸੇ ਨੂੰ ਘੱਲੂਘਾਰਾ ਦਿਵਸ ਨਹੀਂ ਮਨਾਉਣ ਦੇਣਾ। ਪਰ ਗੁਰਮੁਖੋ, ਜਿਹੜੇ ਸਾਡੇ ਮਨਾਂ ਦੇ ਅੰਦਰ ਇਹ ਇਤਿਹਾਸਕ ਦਿਹਾੜੇ ਆ, ਇਹ ਕਦੇ ਵਾਸਤੇ ਨਹੀਂ ਨਿਕਲਣਗੇ। ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਜਾਨੀ ਤੇ ਮਾਲੀ ਨੁਕਸਾਨ ਵੀ ਨਹੀਂ ਕਰਾਉਣਾ, ਪਰ ਜਿੱਥੋਂ ਤੱਕ ਹੋ ਸਕੇ ਤੇ ਆਪਾਂ ਘੱਲੂਘਾਰਾ ਮਨਾਉਣਾ ਵੀ ਜ਼ਰੂਰ ਆ। ਕਿੰਨੀ ਪਾਬੰਦੀ ਲੱਗੇ, ਆਪਾਂ ਘੱਲੂਘਾਰਾ ਆਪਣੇ ਤੌਰ ਤੇ ਜ਼ਰੂਰ ਮਨਾਉਣ ਦੀ ਆਪੋ ਆਪਣੇ ਅਦਾਰੇ ਵਿੱਚ ਕੋਸ਼ਿਸ਼ ਕਰੀਏ। ਭਾਈ ਸਾਹਿਬ, ਪੁਲਿਸ ਨੇ ਜਿਹੜੇ ਸਖਤ ਪ੍ਰਬੰਧ ਕੀਤੇ ਨੇ ਕਿ ਆਪਾਂ ਐਂਟਰ ਨਹੀਂ ਹੋ ਸਕਦੇ, ਉਸ ਤੋਂ ਬਾਅਦ ਵੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ 4 ਦਰਵਾਜ਼ੇ ਨੇ 4 ਸਾਈਡਾਂ ਨੂੰ ਖੋਲ੍ਹਦੇ ਨੇ, ਸਾਰਿਆਂ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਗਿਆ, ਇੱਕ ਨੂੰ ਖੋਲ੍ਹਿਆ ਹੋਇਆ। ਇਹ ਕੀ ਕਾਰਨ ਹੈ? ਜਦੋਂ ਬਾਹਰ ਪੁਲਿਸ ਦਾ ਪਹਿਰਾ ਹੈਗਾ, ਕੋਈ ਉੱਡ ਕੇ ਤਾਂ ਉੱਥੇ ਜਾ ਨਹੀਂ ਸਕਦਾ। ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਵਾਰ-ਵਾਰ ਸਿੱਖ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਇਸ ਦੇਸ਼ ਦੇ ਅੰਦਰ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ। ਪਰ ਮੰਨ ਲਓ, ਮਿਸਾਲ ਦੇ ਤੌਰ ਤੇ ਹਰਿਮੰਦਰ ਸਾਹਿਬ ਦੇ ਅੰਦਰ ਨਾ ਜਾਣ ਦੇਣਗੇ। ਹਰ ਇੱਕ ਸ਼ਹਿਰ ਦੇ ਵਿੱਚ, ਮੁਹੱਲੇ ਵਿੱਚ, ਕਸਬੇ ਵਿੱਚ ਤੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਮੌਜੂਦ ਆ। ਜੇਕਰ ਆਪਾਂ ਨੂੰ ਹਰਿਮੰਦਰ ਸਾਹਿਬ ਨਹੀਂ ਜਾਣ ਦਿੰਦੇ, ਆਪਾਂ ਆਪਣੇ ਨਗਰ ਵਿੱਚ ਜਿੰਨੀ ਕੁ ਆਪਣੀ ਪਹੁੰਚ, ਜਿੰਨੀ ਕੁ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸਮਰੱਥਾ ਬਖਸ਼ੀ ਆ, ਆਪਣੇ ਤੌਰ ਤੇ ਆਪਾਂ ਆਪਣੇ ਮੁਹੱਲੇ ਵਿੱਚ ਘੱਲੂਘਾਰਾ ਦਿਵਸ ਮਨਾ ਸਕਦੇ ਹਾਂ, ਆਪਾਂ ਆਪਣੇ ਸ਼ਹਿਰ ਵਿੱਚ ਮਨਾ ਸਕਦੇ ਹਾਂ, ਆਪਾਂ ਆਪਣੇ ਪਿੰਡ ਵਿੱਚ ਮਨਾ ਸਕਦੇ ਹਾਂ, ਆਪਾਂ ਆਪਣੇ ਮੁਹੱਲੇ ਵਿੱਚ ਮਨਾ ਸਕਦੇ ਹਾਂ। ਮੰਨ ਲਓ, ਜੇਕਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪਾਬੰਦੀ ਮਨਾਈ ਆ, ਪਰ ਆਪਾਂ ਜਿੱਥੇ ਬੈਠੇ ਆ ਗੁਰਦੁਆਰਾ ਸਾਹਿਬ ਜ਼ਰੂਰ ਬਣਾਏ ਹੁੰਦੇ ਨੇ। ਮਹੱਲਿਆਂ ਦੇ ਵੱਖਰੇ ਵੱਖਰੇ ਗੁਰਦੁਆਰੇ ਆ, ਜਿੱਥੇ ਜਿੱਥੇ ਸਿੱਖ ਸੰਗਤਾਂ ਬੈਠੀਆਂ ਆਪਣੇ ਤੌਰ ਤੇ ਜਿਹੜੇ ਨਿੱਜੀ ਗੁਰਦੁਆਰੇ ਸਾਹਿਬ ਬਣਾਏ, ਮਹੱਲਿਆਂ ਦੇ ਬਣਾਏ ਆ, ਸ਼ਹਿਰਾਂ ਦੇ ਬਣਾਏ ਆ। ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਏ ਆ। ਆਪਣੇ ਤੌਰ ਤੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਜ਼ਰੂਰ ਹਰ ਇੱਕ ਗੁਰਸਿੱਖ ਨੂੰ ਘੱਲੂਘਾਰਾ ਦਿਵਸ ਮਨਾਉਣਾ ਚਾਹੀਦਾ। ਇਹਨੂੰ ਕਦੇ ਵਾਸਤੇ ਰੋਕਣਾ ਨਹੀਂ ਚਾਹੀਦਾ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਜਿੱਥੇ ਸਿੱਖ ਬੈਠੇ ਆ, ਉੱਥੇ ਉੱਥੇ ਘੱਲੂਘਾਰਾ ਦਿਵਸ ਮਨਾਉਣ ਦੀ ਜ਼ਰੂਰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ।
8 ਜੂਨ ਤੱਕ ਜਿਹੜੇ ਵੱਡੇ ਇਤਿਹਾਸਕ ਸਿੱਖ ਗੁਰਧਾਮ ਨੇ ਉਹਨਾਂ ਨੂੰ ਬੰਦ ਰੱਖਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸਹਿਮਤ ਨੇ ਕਿ 8 ਜੂਨ ਤੋਂ ਬਾਅਦ ਜਿਹੜੇ ਗੁਰਦੁਆਰੇ ਖੋਲ੍ਹੇ ਜਾਣਗੇ। ਸ੍ਰੀ ਅਕਾਲ ਤਖਤ ਸਾਹਿਬ ਕੀ ਸਰਕਾਰ ਦੇ ਅਧੀਨ ਹੈ ਜੀ? ਵੇਖੋ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਉਹ ਤੇ ਸ੍ਰੀ ਅਕਾਲ ਤਖਤ ਸੀ ਹੈ ਤੇ ਰਹੇਗਾ, ਪਰ ਜਿਹੜੇ ਉੱਪਰ ਉਹ ਬੰਦੇ ਬਿਠਾਏ ਹੁੰਦੇ ਆ ਉਹ ਕੋਈ ਪੜਦੇ ਵਾਲੀ ਗੱਲ ਨਹੀਂ। ਉਹ ਸਰਕਾਰ ਦੀ ਨੁਮਾਇੰਦਗੀ ਕਰਦੇ ਆ, ਨਾ ਕਿ ਪੰਥ ਦੀ ਨੁਮਾਇੰਦਗੀ ਕਰਦੇ ਆ। ਜੇਕਰ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਿੱਖ ਕੌਮ ਦੀ, ਸਿੱਖ ਪੰਥ ਦੀ ਨੁਮਾਇੰਦਗੀ ਕਰੇਗਾ, ਉਹ ਵੀ ਕਿਸੇ ਤੋਂ ਭੁਲੇਖੇ ਵਾਲੀ ਗੱਲ ਨਹੀਂ। ਇਹ ਜਿਹੜੇ ਜਥੇਦਾਰ ਹੁੰਦੇ ਆ ਇਹ ਫਿਰ ਸਰਕਾਰੀ ਲਿਫਾਫਿਆਂ ਵਿੱਚੋਂ ਨਿਕਲਦੇ ਆ। ਜਿਹੜੇ ਸਰਕਾਰੀ ਲਿਫਾਫਿਆਂ ਵਿੱਚੋਂ ਨਿਕਲਦੇ ਆ ਉਹਨਾਂ ਨੇ ਪੱਖ ਵੀ ਫਿਰ ਸਰਕਾਰ ਦਾ ਕਰਨਾ, ਕਿਉਂਕਿ ਇੱਕ ਪੰਜਾਬੀ ਦੀ ਕਹਾਵਤ ਆ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਕਿਉਂਕਿ ਸਰਕਾਰ ਕੋਲੋਂ ਮੋਟੀਆਂ ਰਕਮਾਂ ਲੈਂਦੇ ਆ। ਸਰਕਾਰ ਨੇ ਇਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਨਿਯੁਕਤ ਕੀਤਾ। ਇਹਨਾਂ ਨੇ ਫਿਰ ਜਿਨ੍ਹਾਂ ਨੇ ਇਹਨਾਂ ਦੀ ਨਿਯੁਕਤੀ ਕੀਤੀ ਆ, ਇਹਨਾਂ ਨੇ ਉਹਨਾਂ ਦੀ ਗੱਲ ਕਰਨੀ ਹੈ, ਨਾ ਕਿ ਸਿੱਖ ਪੰਥ ਜਾਂ ਸਿੱਖ ਸੰਗਤ ਦੀ ਨੁਮਾਇੰਦਗੀ ਕਰਨੀ। ਇਹ ਉਹਨਾਂ ਦੀ ਹਮੇਸ਼ਾ ਵਾਸਤੇ ਕਰਦੇ ਸੀ, ਹੁਣ ਵੀ ਕਰਦੇ ਆ। ਤੇ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਕਦੋਂ ਹੋਏਗਾ ਇਹ ਅਕਾਲ ਪੁਰਖ ਵਾਹਿਗੁਰੂ ਜਾਣਦੇ ਆ। ਪਹਿਲਾਂ ਤਾਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਕਰੋਨਾ ਪਾਜ਼ਿਟਿਵ ਦਾ ਜਿਹੜਾ ਹੈ ਉਹ ਦੋਸ਼ੀ ਠਹਿਰਾਇਆ ਗਿਆ। ਫਿਰ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸੰਗਤਾਂ ਜਿਹੜਾ ਉਹਨਾਂ ਦੇ ਉੱਤੇ ਐਲੀਗੇਸ਼ਨ ਲਾਇਆ ਗਿਆ, ਜਦੋਂ ਕਿ ਅਜਿਹਾ ਕੋਈ ਵੀ ਡੈਥ ਕੇਸ ਸਾਹਮਣੇ ਨਹੀਂ ਆਇਆ ਜਿਹੜੇ ਸ਼ਰਧਾਲੂ ਵਾਪਸ ਪਰਤੇ ਨੇ। ਹੁਣ ਸ੍ਰੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਾਇਰਸ ਤਾਂ ਚੱਲਦਾ ਪਿਆ, ਉੱਥੇ ਸੰਗਤ ਇਕੱਠੀ ਹੋਵੇਗੀ, ਕੁਝ ਵੀ ਹੋ ਸਕਦਾ। ਕੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਸਿੱਖਾਂ ਨੂੰ ਜਿਹੜਾ ਜ਼ਲੀਲ ਕਰਨ ਦਾ ਕੋਈ ਮੌਕਾ ਤੋਂ ਨਹੀਂ ਜਾਣ ਦੇਣਾ ਚਾਹੁੰਦੀ? ਦੇਖੋ, ਗੁਰੂ ਨਾਨਕ ਸਾਹਿਬ ਦਾ ਘਰ ਆ, ਇਸ ਘਰ ਦੇ ਵਿੱਚ ਆਉਣ ਤੇ ਕਿਸੇ ਨੂੰ ਪਾਬੰਦੀ ਨਹੀਂ ਲਾਈ ਜਾਂਦੀ, ਕਿਉਂਕਿ ਪਾਵਨ ਗੁਰਬਾਣੀ ਦੇ ਬਚਨ ਹਨ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸੰਜਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਾ ਕਰਕੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ, ਦੁੱਖ ਕੱਟੇ ਜਾਂਦੇ ਆ, ਦੁੱਖ ਲੱਗਦੇ ਨਹੀਂ। ਜੇਕਰ ਅਸੀਂ ਆਪਣੀ ਮਨਸ਼ਾ ਬਣਾਈ ਆ ਵੀ ਗੁਰਦੁਆਰੇ ਸਾਹਿਬ ਦੇ ਅੰਦਰ, ਗੁਰੂ ਘਰਾਂ ਦੇ ਅੰਦਰ ਆ ਕਰਕੇ ਸਾਨੂੰ ਰੋਗ ਲੱਗੇਗਾ, ਤੇ ਜੇਕਰ ਗੁਰਮੁਖ ਸਾਡੇ ਮਨ ਵਿੱਚ ਇਹ ਸ਼ੰਕਾ ਤੇ ਗੁਰੂ ਘਰ ਵਿੱਚ ਆ ਕਰਕੇ ਸਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ, ਇਹ ਸਾਡੀ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਆ। ਸਾਡੇ ਅੰਦਰ ਇੱਕ ਸ਼ੰਕਾ ਪੈਦਾ ਹੋ ਗਿਆ, ਗੁਰੂ ਘਰ ਦੇ ਵਿੱਚ ਆ ਕਰਕੇ ਦੁੱਖਾਂ ਤੋਂ ਨਿਜਾਤ ਮਿਲਦੀ ਆ, ਦੁੱਖਾਂ ਤੋਂ ਨਿਵਰਤੀ ਮਿਲਦੀ ਆ, ਦੁੱਖ ਕਦੇ ਵਾਸਤੇ ਲੱਗਦੇ ਨਹੀਂ। ਇਹ ਤੇ ਸਿੱਖਾਂ ਨੂੰ ਆਪਣੇ ਗੁਰਮਤਿ ਦੇ ਰਸਤੇ ਤੋਂ ਭਟਕਾਉਣ ਦਾ ਯਤਨ ਕੀਤਾ ਜਾਂਦਾ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦੁਨੀਆ ਵਿੱਚੋਂ ਇੱਕ ਸਾਂਝਾ ਤੇ ਨਵੇਕਲਾ ਘਰ ਆ, ਜਿਸ ਘਰ ਵਿੱਚ ਆ ਕਰਕੇ ਹਰ ਇੱਕ ਬਿਮਾਰੀ ਦਾ, ਹਰ ਇੱਕ ਦੁੱਖ ਦਾ ਇਲਾਜ ਕੀਤਾ ਹੁੰਦਾ ਹੈ। ਹੁਣ ਪਿਛਲੇ ਸਮੇਂ ਵਿੱਚ ਵੀ ਹੁੰਦੇ ਸੀ, ਹੁਣ ਵੀ ਆ, ਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਆ ਕਰਕੇ ਦੁੱਖਾਂ ਤੋਂ ਨਿਵਰਤੀ ਹੁੰਦੀ ਆ। ਇਸ ਦਰ ਤੇ ਆ ਕਰਕੇ ਕਦੇ ਗੁਰਮੁਖੋ ਦੁੱਖ ਲੱਗਦੇ ਨਹੀਂ। ਜਿਹੜਾ ਕਹਿੰਦਾ ਕਿ ਇਸ ਦਰ ਤੇ ਆ ਕਰਕੇ ਦੁੱਖ ਲੱਗਣ ਦਾ ਡਰ ਆ, ਮੈਂ ਸਮਝਦਾ ਕਿ ਗੁਰਮਤਿ ਦੇ ਰਸਤੇ ਤੋਂ ਬਹੁਤ ਜ਼ਿਆਦਾ ਦੂਰ ਤੇ ਬਹੁਤ ਭੁੱਲਿਆ ਹੋਇਆ ਇਨਸਾਨ ਹੈ। ਭਾਈ ਸਾਹਿਬ, ਖਾਲਿਸਤਾਨ ਦੀ ਮੰਗ ਬਾਰੇ ਗੱਲ ਕਰਾਂਗਾ। ਸਿੱਖ ਆਖਦੇ ਨੇ ਕਿ ਸਾਡਾ ਖਾਲਿਸਤਾਨ ਬੁਨਿਆਦੀ ਹੱਕ ਹੈ। 6 ਜੂਨ ਦਾ ਘੱਲੂਘਾਰਾ ਦਿਵਸ ਜਿਹੜਾ ਉਹ ਖਾਲਿਸਤਾਨ ਨੂੰ ਸਮਰਪਿਤ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਸੰਤ ਸਮਾਜ ਵੱਲੋਂ ਮਨਾਇਆ ਜਾਂਦਾ। ਇਸ ਵਾਰ ਨਹੀਂ ਮਨਾਇਆ ਜਾਣਾ, ਕੀ ਸਿੱਖਾਂ ਦੀ ਮੰਗ ਤੇ ਕੋਈ ਅਸਰ ਪਏਗਾ? ਵੇਖੋ, ਜਿਹੜਾ 6 ਜੂਨ ਵਾਲਾ ਦਿਨ ਹੈ ਨਾ, ਮੈਂ ਕਦੇ ਵੀ ਹਰਿਮੰਦਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਵਾਲੇ ਦਿਨ ਕਦੇ ਨਹੀਂ ਗਿਆ। ਜਿਹੜੇ ਮੰਗਦੇ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ, ਉਹ ਕਿਉਂ ਮੰਗਦੇ, ਉਹਨਾਂ ਦਾ ਕਾਰਨ ਕੀ ਹੈ, ਇਹ ਉਹਨਾਂ ਦਾ ਸਵਾਲ ਹੈ, ਮੇਰਾ ਸਵਾਲ ਨਹੀਂ। ਅਸੀਂ ਇੱਕ ਸਿੱਖ ਸੀ, ਸਾਡਾ ਸਿੱਖ ਰਾਜ ਜਿਹੜਾ ਸੀ ਉਹ ਵੱਖਰਾ ਸੀ, ਹਿੰਦੁਸਤਾਨ ਵੱਖਰਾ ਸੀ, ਸਿੱਖ ਰਾਜ ਵੱਖਰਾ ਸੀ। ਸਿੱਖ ਰਾਜ ਦੇ ਬਾਦਸ਼ਾਹ ਮਹਾਰਾਜਾ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਨ, ਸਾਡਾ ਸਿੱਖ ਰਾਜ ਵੱਖਰਾ ਸੀ। ਡੋਗਰਿਆਂ ਦੀ ਗਦਾਰੀ ਕਾਰਨ, ਜਿਸ ਤਰ੍ਹਾਂ ਅੱਜ ਵੀ ਸਿੱਖ ਕੌਮ ਦੇ ਵਿੱਚ ਡੋਗਰਿਆਂ ਦੀ ਗਦਾਰੀ ਦੇ ਕਾਰਨ ਸਿੱਖ ਰਾਜ ਜਿਹੜਾ ਸੀ ਸਦਾ ਵਾਸਤੇ ਨਸ਼ਟ ਹੋ ਗਿਆ। ਅੱਜ ਵੀ ਸਿੱਖ ਕੌਮ ਦੇ ਵਿੱਚ ਬੇਅੰਤ ਡੋਗਰੇ ਆ। ਸਾਡਾ ਜਿਹੜਾ ਸਿੱਖ ਰਾਜ ਸੀ ਉਹ ਹਿੰਦੁਸਤਾਨ ਦੇ ਨਾਲੋਂ ਵੱਖਰਾ ਸੀ। ਸਿੱਖ ਰਾਜ ਵੱਖਰਾ ਹੋਣ ਦੇ ਅਨੇਕਾਂ ਸਾਡੇ ਕੋਲੇ ਸਬੂਤ ਆ। ਸਿੱਖ ਰਾਜ ਵਰਗਾ ਕੋਈ ਵੀ ਰਾਜ ਨਹੀਂ ਸੀ, ਇਸ ਕਰਕੇ ਸਾਡਾ ਸਿੱਖ ਰਾਜ ਵੱਖਰਾ ਸੀ। ਜੇਕਰ ਸਿੱਖ ਰਾਜ ਵੱਖਰਾ ਸੀ ਤੇ ਅਸੀਂ ਵੱਖਰੇ ਸਿੱਖ ਸੀ। ਇਹ ਕਿਉਂ ਮੰਗਦੇ ਆ, ਇਹ ਗੁਰਮੁਖੋ ਉਹਨਾਂ ਦਾ ਆਪਣਾ ਨਿੱਜੀ ਸਵਾਲ ਆ, ਇਹ ਮੇਰਾ ਸਵਾਲ ਨਹੀਂ। ਜੇਕਰ ਉਹਨਾਂ ਨੇ ਕੋਰਟ ਵਿੱਚ ਜਾ ਕਰਕੇ ਕੋਈ ਕੇਸ ਕੀਤਾ, ਉਹਨਾਂ ਨੂੰ ਕੋਰਟ ਵੱਲੋਂ ਖਾਲਿਸਤਾਨ ਮੰਗਣ ਦੀ ਜਾਂ ਆਪਣੇ ਹੱਕਾਂ ਦੀ ਲੜਾਈ ਕਰਨ ਦੀ ਕੋਰਟ ਵੱਲੋਂ ਉਹਨਾਂ ਨੂੰ ਇਜਾਜ਼ਤ ਵੀ ਮਿਲੀ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਲੇ,
ਉਹਨਾਂ ਦੀਆਂ ਸਪੀਚਾਂ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਜੇ ਦਰਬਾਰ ਸਾਹਿਬ ਤੇ ਫੌਜ ਹਮਲਾ ਕਰਦੀ ਹੈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਤੁਸੀਂ ਸਮਰਪਿਤ ਹੋ ਸੰਤ ਜਰਨੈਲ ਸਿੰਘ ਹੋਰਾਂ ਦੀ ਸੋਚ ਤੇ? ਦੇਖੋ, ਜੋ ਸੰਤ ਕਹਿ ਗਏ ਆ, ਅਨੇਕਾਂ ਪੱਤਰਕਾਰ ਉਹਨਾਂ ਦੇ ਕੋਲੇ ਆਉਂਦੇ ਸੀ ਤੇ ਖਾਲਿਸਤਾਨ ਦੇ ਅਨੇਕਾਂ ਤਰ੍ਹਾਂ ਦੇ ਸਵਾਲ ਕਰਦੇ ਸੀ। ਸੰਤਾਂ ਦਾ ਅੱਗੋਂ ਜਵਾਬ ਹੁੰਦਾ ਸੀ ਕਿ ਇਹ ਸਾਡਾ ਮਸਲਾ ਨਹੀਂ, ਇਹ ਸਰਕਾਰ ਦਾ ਮਸਲਾ ਹੈ। ਇਹ ਸਰਕਾਰ ਫੈਸਲਾ ਕਰੇ ਕਿ ਸਾਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਸਰਕਾਰ ਦੀ ਮਰਜ਼ੀ ਆ, ਸਾਡੀ ਮਰਜ਼ੀ ਨਹੀਂ। ਇਹ ਸਰਕਾਰ ਦਾ ਫੈਸਲਾ, ਸਾਨੂੰ ਉਹਨਾਂ ਨੇ ਨਾਲ ਰੱਖਣਾ ਜਾਂ ਨਹੀਂ ਰੱਖਣਾ। ਅਨੇਕਾਂ ਵਾਰ ਸੰਤ ਗਿਆਨੀ ਜਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਸਮੇਂ ਅਨੁਸਾਰ ਜਵਾਬ ਦਿੱਤੇ ਸਨ ਕਿ ਇਹ ਸਰਕਾਰ ਨੇ ਸੋਚਣਾ ਕਿ ਸਾਨੂੰ ਨਾਲ ਰੱਖਣਾ ਜਾਂ ਸਾਨੂੰ ਵੱਖਰੇ ਕਰਨਾ। ਜੋ ਸੰਤ ਕਹਿ ਗਏ ਆ, ਜੋ ਉਹਨਾਂ ਦੀ ਪ੍ਰਵਚਨ ਆ, ਉਹ ਇੱਕ ਅਮਿੱਟ ਆ, ਉਹ ਕਦੇ ਵਾਸਤੇ ਮਿਟਾਏ ਨਹੀਂ ਜਾ ਸਕਦੇ। ਤੇ ਭਾਈ ਅਮਰੀਕ ਸਿੰਘ ਜੀ ਦੇ ਨਾਲ ਉਹਨਾਂ ਦੇ ਜੋ ਬਚਨ ਮਿੱਟ ਤੁਸੀਂ ਕਹਿ ਰਹੇ ਹੋ ਛਾਪ ਛੱਡ ਗਏ, ਉਹਨਾਂ ਤੇ ਪਹਿਰਾ ਦੇ ਰਹੇ ਨੇ, ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਭੂਮਿਕਾ ਨਿਭਾ ਰਹੇ? ਦੇਖੋ, ਬੰਦੇ ਦੇ ਆਪਣੇ ਵੱਸ ਕੁਛ ਨਹੀਂ ਹੁੰਦਾ, ਹੱਥ ਵੱਸ ਅਕਾਲ ਪੁਰਖ ਦੇ ਹੁੰਦਾ। ਜਿਸ ਤਰ੍ਹਾਂ ਬੀਤੇ ਸਮੇਂ ਵਿੱਚ ਸਾਡੇ ਤੋਂ ਅਕਾਲ ਪੁਰਖ ਨੇ ਕਰਵਾਇਆ, ਉਸ ਤਰ੍ਹਾਂ ਅਸੀਂ ਕੀਤਾ। ਆਉਣ ਵਾਲੇ ਭਵਿੱਖ ਸਮੇਂ ਵਿੱਚ ਜੋ ਅਕਾਲ ਪੁਰਖ ਸਾਡੇ ਤੋਂ ਕਰਾਉਣਗੇ, ਅਸੀਂ ਉਸੇ ਤਰ੍ਹਾਂ ਕਰਾਂਗੇ, ਕਿਉਂਕਿ ਇਹ ਪਾਵਨ ਗੁਰਬਾਣੀ ਦਾ ਵਚਨ ਹੈ ਕਿ ਜਿਹੜਾ ਸਿੱਖ ਹੁੰਦਾ ਉਹ ਸਮਰਪਿਤ ਹੁੰਦਾ ਪੰਥ, ਸੰਗਤ ਤੇ ਗੁਰੂ ਨੂੰ। ਜਿਸ ਤਰ੍ਹਾਂ ਗੁਰੂ ਨੂੰ ਪਾਉਂਦਾ ਉਸੇ ਤਰ੍ਹਾਂ ਕਰਵਾਇਆ ਸੀ, ਜਿਸ ਤਰ੍ਹਾਂ ਅਕਾਲ ਪੁਰਖ ਨੂੰ ਪਾਇਆ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਤੋਂ ਉਸੇ ਤਰ੍ਹਾਂ ਦੀ ਸੇਵਾ ਕਰਵਾਉਣਗੇ। ਭਾਈ ਸਾਹਿਬ, ਇੱਕ ਲੋਕਾਂ ਦਾ ਸਵਾਲ ਹੈ ਕਿ ਜਦੋਂ ਅਸੀਂ ਲੋਕਾਂ ਦੇ ਵਿਚਰਦੇ ਹਾਂ ਤੇ ਸਾਡੇ ਕੋਲੋਂ ਪੁੱਛਿਆ ਜਾਂਦਾ, ਕਿਉਂਕਿ ਆਮ ਲੋਕ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦੇ, ਤੁਹਾਡੇ ਨਾਲ ਵਿਚਾਰ ਨਹੀਂ ਕਰ ਸਕਦੇ। ਸੰਤ ਜਰਨੈਲ ਸਿੰਘ ਜੀ ਉਹਨਾਂ ਦੀ ਗੱਲ ਕਰਦੇ ਨੇ ਕਿ ਤੁਸੀਂ ਉਹਨਾਂ ਨੂੰ ਸਰੀਰਕ ਤੌਰ ਤੇ ਜੀਵਤ ਮੰਨਦੇ ਹੋ ਕਿ ਜਾਂ ਆਤਮਿਕ ਤੌਰ ਤੇ ਜੀਵਤ ਮੰਨਦੇ ਹੋ? ਵੇਖੋ, ਟੈਕ ਤੋਂ ਬਾਅਦ 21 ਸਾਲ ਦਾ ਸਮਾਂ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੇ ਦਮਦਮੀ ਟਕਸਾਲ ਦੇ ਜਥੇ ਦੀ ਅਗਵਾਈ ਕੀਤੀ। ਉਹਨਾਂ ਨੇ 21 ਸਾਲ ਦੇ ਸਮੇਂ ਅਨੁਸਾਰ ਕਿਸੇ ਵੀ ਸਟੇਜ ਤੇ ਜਾਂ ਕਿਸੇ ਵੀ ਮੀਡੀਆ ਤੇ ਆ ਕਰਕੇ ਸੰਤਾਂ ਨੂੰ ਉਹਨਾਂ ਨੇ ਸ਼ਹੀਦ ਨਹੀਂ ਕਿਹਾ। ਅਸੀਂ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਮਹਾਂਪੁਰਖਾਂ ਦੇ ਬਚਨਾਂ ਤੇ ਪਹਿਰਾ ਦਿੰਦੇ ਹਾਂ। ਉਹਨਾਂ ਨੇ ਇਹ ਬਚਨ ਕੀਤੇ ਸਨ, ਇੱਕ ਵਾਰ ਨਹੀਂ ਅਨੇਕਾਂ ਵਾਰ, ਕਿ ਉਹਨਾਂ ਨੇ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ, ਉਹ ਸਮਾਂ ਆਉਣ ਤੇ ਆਉਣਗੇ, ਉਹ ਸ਼ਹੀਦ ਕਦੇ ਨਹੀਂ ਹੋਈ। ਕਿਉਂਕਿ ਅਸੀਂ ਦਮਦਮੀ ਟਕਸਾਲ ਦੇ ਵਿਦਿਆਰਥੀ ਹਾਂ, ਜੋ ਬਾਬਾ ਜੀ ਦੀ ਅਸੀਂ ਸੰਗਤ ਕੀਤੀ ਆ, ਜਿਉਂ ਦੇ ਤਿਉਂ ਅਸੀਂ ਉਹਨਾਂ ਬਚਨਾਂ ਤੇ ਪਹਿਰਾ ਦਿੰਦੇ। ਕਿਉਂਕਿ ਕਿਸੇ ਵੀ ਏਜੰਸੀ ਕੋਲੇ, ਸਰਕਾਰ ਕੋਲੇ ਜਾਂ ਪ੍ਰਸ਼ਾਸਨ ਕੋਲੇ ਸੰਤਾਂ ਦੀ ਸ਼ਹੀਦੀ ਦਾ ਕੋਈ ਵੀ ਸਬੂਤ ਨਹੀਂ। ਮੈਂ ਅਨੇਕਾਂ ਵਾਰ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਰਿਹਾ। ਇੱਕ ਹਫ਼ਤਾ ਮੈਂ ਮਾਲ ਮੰਡੀ ਅੰਮ੍ਰਿਤਸਰ ਵੀ ਰਿਹਾ। ਪ੍ਰਸ਼ਾਸਨ ਦੇ ਕੋਲੇ ਸੰਤਾਂ ਦੀ ਸ਼ਹੀਦੀ ਦਾ ਕੋਈ ਵੀ ਸਬੂਤ ਨਹੀਂ। ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ ਤੇ ਸੰਤਾਂ ਦੇ ਗਾਤਰੇ ਵਾਲਾ ਜਿਹੜਾ ਪਿਸਟਲ ਆ, ਉਹ ਵੀ ਕਿਸੇ ਨੂੰ ਨਹੀਂ ਮਿਲਿਆ। ਸੰਤਾਂ ਦੇ ਹੱਥਾਂ ਵਿੱਚ ਇੱਕ ਤੀਰ ਹੁੰਦਾ ਸੀ, ਉਹ ਵੀ ਕਿਸੇ ਨੂੰ ਨਹੀਂ ਮਿਲਿਆ। ਬਾਕੀ ਜੋ ਬਾਬਾ ਠਾਕੁਰ ਸਿੰਘ ਮਹਾਂਪੁਰਖਾਂ ਨੇ ਬਚਨ ਕੀਤੇ ਆ, ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਤੇ ਸੁਣਿਆ ਵੀ ਤੇ ਵਿਚਾਰਿਆ ਵੀ ਆ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵਾਸਤੇ ਝੂਠ ਨਹੀਂ ਬੋਲਿਆ। ਆਮ ਤੌਰ ਤੇ ਦੁਨੀਆ ਦੇ ਲੋਕ ਕਹਿ ਦਿੰਦੇ ਆ ਕਿ ਬਾਬਾ ਠਾਕੁਰ ਸਿੰਘ 21 ਸਾਲ ਦਾ ਸਮਾਂ ਝੂਠ ਬੋਲਦਾ ਰਿਹਾ। ਬਾਅਦ ਵਿੱਚ ਦਮਦਮੀ ਟਕਸਾਲ ਦੇ ਜਥੇ ਵੱਲੋਂ ਸੰਤਾਂ ਦੀ ਸ਼ਹੀਦੀ ਲਾਨੀ ਗਈ ਆ। ਗੁਰਮੁਖੋ, ਦਮਦਮੀ ਟਕਸਾਲ ਦੇ ਵਿਦਿਆਰਥੀ ਜਿਹੜੇ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਮਹਾਂਪੁਰਖਾਂ ਦੇ ਨਾਲ ਰਿਹਾ, ਉਹਨਾਂ ਨੇ ਸ਼ਹੀਦੀ ਲਾਨੀ ਨਹੀਂ। ਜਿਨ੍ਹਾਂ ਨੇ ਸ਼ਹੀਦੀ ਲਾਨੀ ਆ ਉਹਨਾਂ ਦੀ ਬਾਰੇ ਸਾਰੀ ਦੁਨੀਆ ਜਾਣਦੀ ਆ। ਪਰ ਦਮਦਮੀ ਟਕਸਾਲ ਦੇ ਵਿਦਿਆਰਥੀ ਅੱਜ ਵੀ ਦੇਸ਼ਾਂ ਅਤੇ ਵਿਦੇਸ਼ਾਂ ਜਿੱਥੇ ਜਿੱਥੇ ਬੈਠੇ ਆ, ਸੰਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੋਨੇ ਟਾਈਮ ਨਿਤਨੇਮ ਕਰਨ ਤੋਂ ਬਾਅਦ ਸੰਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਜਿਉਂ ਦੀ ਤਿਉਂ ਅੱਜ ਵੀ ਕਰਦੇ। ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ, ਮੁਕੰਮਲ ਕਰ ਦਿੱਤਾ ਗਿਆ, ਸੰਤਾਂ ਦੀ ਤੁਸੀਂ ਕਹਿ ਰਹੇ ਹੋ ਕਿ ਮ੍ਰਿਤਕ ਦੇਹ ਨੂੰ ਪਵਿੱਤਰ ਸਰੀਰ ਕਿਸੇ ਨੂੰ ਨਹੀਂ ਮਿਲਿਆ, ਨਾ ਜਤੀਰ ਦੀ ਗੱਲ ਕਰਦੇ ਉਹ ਮਿਲਿਆ ਜੀ, ਨਾ ਗਾਤਰੇ, ਕਿਰਪਾਨ, ਨਾ ਪਿਸਟਲ ਮਿਲਿਆ ਜੀ। ਹੋ ਸਕਦਾ ਕਿ ਏਜੰਸੀਆਂ ਨੇ ਉਹ ਸਾਰਾ ਕੁਝ ਜਿਹੜਾ ਗੁਪਤ ਕਰ ਲਿਆ ਹੋਵੇ ਤੇ ਅਸੀਂ ਲੋਕ ਜਿਹੜੇ ਆ ਏਜੰਸੀਆਂ ਦੇ ਗੁੰਮਰਾਹ ਕੀਤੇ ਹੋਏ ਜਿਹੜੇ ਧੜੇਬੰਦੀਆਂ 'ਚ ਵੰਡੇ ਜਾਂਦੇ ਹੋਈਏ ਇਸ ਮਸਲੇ ਨੂੰ ਲੈ ਕੇ। ਦੇਖੋ, ਇਹ ਗੱਲ ਬਿਲਕੁਲ ਸਰਾਸਰ ਝੂਠ ਆ। ਨਾ ਤੇ ਅਸੀਂ ਏਜੰਸੀਆਂ ਦੇ ਗੁੰਮਰਾਹ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵਾਂਗੇ। ਏਜੰਸੀਆਂ ਦਾ ਉਹ ਕੀ ਨਿਸ਼ਾਨਾ, ਕੀ ਉਹਨਾਂ ਦਾ ਆਪਣਾ ਮਕਸਦ ਸੀ, ਉਹ ਏਜੰਸੀਆਂ ਵਾਲੇ ਅਫਸਰ ਦੱਸ ਸਕਦੇ ਆ। ਪਰ ਅਸੀਂ ਕਿਸੇ ਦੇ ਅਧੀਨ ਨਹੀਂ। ਸਿੱਖ ਹਮੇਸ਼ਾ ਵਾਸਤੇ ਆਪਣੀ ਆਜ਼ਾਦ ਬਿਰਤੀ ਨਾਲ ਵਿਚਰਦਾ। ਅਸੀਂ ਕਿਸੇ ਦੇ ਕਹਿਣ ਤੇ ਨਹੀਂ ਬੋਲਦੇ। ਮੈਂ ਆਪਣੀ ਜ਼ਿੰਦਗੀ ਵਿੱਚ ਬਾਬਾ ਠਾਕੁਰ ਸਿੰਘ ਜੀ ਸੰਗਤ ਵੀ ਕੀਤੀ ਆ, ਉਹਨਾਂ ਦੇ ਦਰਸ਼ਨ ਵੀ ਕੀਤੇ ਆ, ਉਹਨੇ ਦੇ ਵਿਚਾਰ ਵੀ ਸੁਣੇ ਆ।
ਉਹਨਾਂ ਦੇ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਵੀ ਆ। ਅਸੀਂ ਕਿਸੇ ਦੀ ਬੁਲਾਈ ਨਹੀਂ ਬੋਲਦੇ, ਸਾਨੂੰ ਜਿਵੇਂ ਅਕਾਲ ਪੁਰਖ ਵਾਹਿਗੁਰੂ ਬੁਲਾਉਂਦਾ ਅਸੀਂ ਉਸੇ ਤਰ੍ਹਾਂ ਬੋਲਦੇ ਆ। ਅਸੀਂ ਏਜੰਸੀਆਂ ਦੇ ਕਦੇ ਵਾਸਤੇ ਅਜੇ ਨਹੀਂ। ਜੋ ਸਾਨੂੰ ਦਮਦਮੀ ਟਕਸਾਲ ਦੇ ਜਥੇ ਵਿੱਚ ਪੜ੍ਹਾਇਆ ਗਿਆ ਜਾਂ ਸਾਨੂੰ ਜਿਸ ਤਰ੍ਹਾਂ ਸਿਖਾਇਆ ਗਿਆ ਅਸੀਂ ਉਸੇ ਤਰ੍ਹਾਂ ਦੇ ਬਚਨਾਂ ਤੇ ਪਹਿਰਾ ਦਿੰਦੇ ਆ। ਇਹਦੇ ਵਿੱਚ ਏਜੰਸੀਆਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ। ਇਸ ਤੋਂ ਬਾਅਦ ਭਾਈ ਸਾਹਿਬ ਮੇਰਾ ਹੋਰ ਸਵਾਲ ਹੈ ਕਿ ਸਰਬੱਤ ਖਾਲਸਾ ਬੁਲਾਇਆ ਗਿਆ ਜੀ 2015 ਦੇ ਵਿੱਚ, ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ। ਤੁਸੀਂ ਜਿਹੜੀ ਕਮਾਂਡ ਕਰਦੇ ਸੀ ਉਹਦਾ ਇੱਕ ਹਿੱਸਾ ਸੀ। ਮੈਂ ਸਰਬੱਤ ਖਾਲਸਾ ਦੀ ਗੱਲ ਕਰਾਂਗਾ ਜੀ। ਜਿਹੜਾ ਸਰਬੱਤ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਬੁਲਾਇਆ ਗਿਆ ਸਤੰਤਰ ਰੋਡ ਦੇ ਉੱਤੇ, ਨੁਮਾਇੰਦਗੀ ਤੁਸੀਂ ਕੀਤੀ ਸੀ ਇੱਕ ਹਿੱਸਾ ਸੀ ਉਹਨਾਂ ਦਾ। ਲੋਕਾਂ ਦਾ ਇਹ ਕਹਿਣਾ ਹੈ ਕਿ ਸਰਬੱਤ ਖਾਲਸਾ ਜਿਹੜਾ ਬੁਲਾਇਆ ਗਿਆ ਸੀ ਉਹ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਸਤੇ ਨਹੀਂ ਸੀ ਬੁਲਾਇਆ ਗਿਆ, ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਸਪੋਰਟ ਕਰਨ ਲਈ ਬੁਲਾਇਆ ਗਿਆ ਸੀ। ਕਿੰਨੀ ਕੁ ਸੱਚਾਈ ਹੈ ਇਹਨਾਂ ਤੱਥਾਂ ਦੇ ਵਿੱਚ? ਨਹੀਂ, ਬਿਲਕੁਲ ਇਹਦੇ ਵਿੱਚ ਕਾਂਗਰਸ ਰਾਜਨੀਤੀ ਦੀ ਕੋਈ ਵੀ ਰੋਜ਼ਾਨਾ ਕੀ ਆ, ਇਹਦੇ ਵਿੱਚ ਕਾਂਗਰਸ ਦੀ ਕੋਈ ਵੀ ਸ਼ਮੂਲੀਅਤ ਨਹੀਂ। ਇਹ ਸਰਾਸਰ ਝੂਠ ਆ। ਸਰਬੱਤ ਖਾਲਸਾ ਜਿਹੜਾ ਹੋਇਆ ਸੀ ਉਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਕਾਰਨ ਹੋਇਆ ਸੀ। ਇਹਦੇ ਵਿੱਚ ਰਾਜਨੀਤਿਕ ਧਿਰ ਦਾ ਕੋਈ ਵੀ ਅਸਰ ਰਸੂਖ ਨਹੀਂ। ਜੇ ਕੋਈ ਕਹਿੰਦਾ ਤਾਂ ਉਹਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ, ਪਰ ਇਹਦੇ ਵਿੱਚ ਸਰਕਾਰ ਦੀ ਜਾਂ ਕਾਂਗਰਸ ਦੀ ਜਾਂ ਰਾਜਨੀਤਿਕ ਪਾਰਟੀ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ। ਜੇ ਹੈ ਤੇ ਬਿਲਕੁਲ ਹੀ ਸਰਾਸਰ ਝੂਠ ਹੈ। ਮੈਂ ਇਹਨਾਂ ਦੇ ਨਾਲ ਲੰਮਾ ਸਮਾਂ ਵਿੱਚ ਰਿਹਾ, ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ। ਉਸ ਵੇਲੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦਾ ਨੁਮਾਇੰਦਾ ਸੀ ਰਮਨਜੀਤ ਮੇਰੇ ਕੋਲ ਸਿੱਕੀ ਸੀ, ਉਹ ਸਟੇਜ ਤੇ ਆ ਕੇ ਜੀ ਸਟੇਜ ਦੀ ਕਾਰਵਾਈ ਸੰਭਾਲਦਾ ਕੁਝ ਸਮੇਂ ਲਈ, ਉਹ ਸੰਕੇਤ ਕਿੱਧਰ ਨੂੰ ਜਾਂਦੇ ਨੇ ਜੀ? ਦੇਖੋ, ਸਰਬੱਤ ਖਾਲਸਾ ਸੀ, ਸੱਦਿਆ ਗਿਆ, ਉਹਦੇ ਵਿੱਚ ਕੋਈ ਵੀ ਇਹ ਪਾਬੰਦੀ ਨਹੀਂ ਸੀ ਲਾਈ ਪਈ ਇਹਦੇ ਵਿੱਚ ਫਲਾਨਾ ਨਾ ਆਵੇ ਜਾਂ ਫਲਾਨਾ ਨਾ ਆਵੇ। ਹਰ ਇੱਕ ਤਰ੍ਹਾਂ ਦਾ ਮਨੁੱਖ ਆਇਆ ਸੀ, ਸਾਰੇ ਜਥੇਬੰਦੀਆਂ ਦੇ ਆਏ ਸੀ, ਪਰ ਜਿਹੜੀ ਕਮਾਂਡ ਸੀ ਨਾ ਉਹ ਸਾਰੀ ਸਿੱਖ ਸੰਗਤਾਂ ਕੋਲੇ ਸੀ, ਕਾਂਗਰਸੀਆਂ ਦੇ ਕੋਲੇ ਕੋਈ ਵੀ ਕਮਾਂਡ ਨਹੀਂ ਸੀ। ਇਹ ਕੋਈ ਸਿੱਖ ਹੋਣ ਦੇ ਨਾਤੇ ਉਹਨੇ ਆਪਣੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਸੀ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਸੀ। ਇਸ ਕਰਕੇ ਸਿੱਖ ਹੋਣ ਦੇ ਨਾਤੇ ਬਾਣੀ ਦੇ ਨਾਲ ਪਿਆਰ ਤੇ ਸਤਿਕਾਰ ਰੱਖਣ ਵਾਸਤੇ ਉਹ ਆਇਆ ਹੋ ਸਕਦਾ। ਬਾਕੀ ਕਾਂਗਰਸ ਦੀ ਇਹਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ। ਜੇ ਕੋਈ ਕਹਿੰਦਾ ਤੇ ਸਰਾਸਰ ਝੂਠ ਆ, ਇਹੋ ਜਿਹਾ ਕੋਈ ਵੀ ਇਹਦੇ ਵਿੱਚ ਸਵਾਲ ਨਹੀਂ। ਸਰਬੱਤ ਖਾਲਸਾ ਦੁਆਰਾ ਤੁਹਾਨੂੰ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ, ਔਰ ਦੋ ਜਥੇਦਾਰ ਜਿਹੜੇ ਹੋ ਰਹੇ ਮੌਕੇ ਤੇ ਸ੍ਰੀ ਦਮਦਮਾ ਸਾਹਿਬ ਸਾਧੂ ਕੀ ਤਲਵੰਡੀ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਧਿਆਨ ਸਿੰਘ ਮਾਡਲ ਨੂੰ ਐਲਾਨਿਆ ਗਿਆ ਜੀ। ਉਸ ਸਮੇਂ ਬਾਅਦ ਜਿਹੜਾ ਤੁਹਾਡਾ ਤਕਰਾਰ ਪੈਦਾ ਹੋ ਜਾਂਦਾ, ਤੁਸੀਂ ਖੁਦ ਕਹਿੰਦੇ ਹੋ ਸਪੀਚ ਕਰਕੇ ਕਿ ਮੇਰਾ ਦੋ ਜਥੇਦਾਰਾਂ ਨਾਲ ਕੋਈ ਸੰਬੰਧ ਨਹੀਂ ਰਿਹਾ। ਕੀ ਕਾਰਨ ਸੀ ਕਿ ਕੌਮ ਦੀ ਅਗਵਾਈ ਕਰਨ ਵਾਲੇ ਜਿਹੜੇ ਮੁਖੀ ਹੋ ਤੁਸੀਂ, ਤੁਹਾਨੂੰ ਇੱਕ ਸੰਗਤ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਸੌਂਪਦੀ ਹੈ, ਤੇ ਕਿੱਥੇ ਕਮੀਆਂ ਰਹਿ ਗਈਆਂ, ਕਿੱਥੇ ਤੇੜਾ ਆ ਗਈਆਂ? ਵੇਖੋ, ਸਿੱਖ ਸੰਗਤਾਂ ਨੇ ਕੁਝ ਭਾਵਨਾਵਾਂ ਜਾਂ ਸਾਡੇ ਉੱਪਰ ਕੁਝ ਆਸਾਂ ਰੱਖੀਆਂ ਸੀ। ਮੈਂ ਸਮਝਦਾ ਕਿ ਅਸੀਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਉੱਪਰ ਪੂਰੇ ਨਹੀਂ ਉਤਰੇ, ਜਾਂ ਜੋ ਆਸਾਂ ਲੈ ਕਰਕੇ ਸਿੱਖ ਸੰਗਤਾਂ ਨੇ ਸਾਨੂੰ ਬਣਾਇਆ ਸੀ, ਮੈਂ ਆਪਣੇ ਜਿਹੜੇ ਸਾਥੀ ਸੀ ਉਹ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਵੇਖ ਕਰਕੇ ਮੈਂ ਆਪਣਾ ਉਹਨਾਂ ਦੇ ਨਾਲ ਬਾਈਕਾਟ ਕੀਤਾ ਸੀ। ਕਿਉਂ? ਜਿਹੜਾ ਸਿੱਖ ਸੰਗਤਾਂ ਹੁੰਦੀਆਂ ਉਹਨਾਂ ਦੀਆਂ ਕੁਝ ਇੱਛਾਵਾਂ ਹੁੰਦੀਆਂ, ਉਹਨਾਂ ਦੀਆਂ ਕੋਈ ਭਾਵਨਾਵਾਂ ਹੁੰਦੀਆਂ। ਆਪਾਂ ਜੇਕਰ ਭਾਵਨਾਵਾਂ ਦੇ ਨਾਲ ਖਿਲਵਾੜ ਕਰਾਂਗੇ ਨਾ, ਆਪਾਂ ਲੋਕ ਤੇ ਪਰਲੋਕ ਦੇ ਦੇਣਦਾਰ ਹੋਵਾਂਗੇ। ਇਸ ਕਰਕੇ ਉਹਨਾਂ ਨੂੰ ਭਾਵਨਾਵਾਂ ਦੇ ਉੱਪਰ ਪੂਰਾ ਨਾ ਉਤਰਦਾ ਹੋਇਆ ਵੇਖ ਕਰਕੇ ਮੈਂ ਉਹਨਾਂ ਨਾਲ ਕਿਨਾਰਾ ਕੀਤਾ ਸੀ। ਕਿਉਂਕਿ ਕੱਲ੍ਹ ਨੂੰ ਜੇਕਰ ਕਿਸੇ ਮੁੱਦੇ ਤੇ ਕੋਈ ਗੱਲ ਹੁੰਦੀ ਆ, ਉਹਦੇ ਵਿੱਚ ਮੈਂ ਵੀ ਜਵਾਬਦੇਹ ਹੋਵਾਂਗਾ, ਪਰ ਉਸ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨਾਂ ਦੇ ਨਾਲੋਂ ਮੈਂ ਆਪਣਾ ਕੋਈ ਕਿਨਾਰਾ ਕੀਤਾ ਸੀ। ਅੱਜ ਵੀ ਜੇਕਰ ਸਿੱਖ ਸੰਗਤਾਂ ਮੈਨੂੰ ਕਿਤੇ ਸੱਦਣਗੀਆਂ, ਕੋਈ ਸਵਾਲ ਕਰਨਗੀਆਂ, ਉਹਨਾਂ ਦੇ ਸਵਾਲਾਂ ਦਾ ਜ਼ਰੂਰ ਮੈਂ ਪ੍ਰਮਾਣਾਂ ਦੇ ਨਾਲ ਤਰੀਕੇ ਦੇ ਨਾਲ ਦੇਣ ਦੀ ਕੋਸ਼ਿਸ਼ ਕਰਾਂਗੇ। ਇਸ ਕਰਕੇ ਮੇਰਾ ਉਹਨਾਂ ਦੇ ਨਾਲ ਨਿੱਜੀ ਮਤਭੇਦ ਨਹੀਂ, ਆਪਣੇ ਸਿਧਾਂਤਕ ਮਤਭੇਦ ਆ। ਸਾਡੀ ਨਿੱਜੀ ਲੜਾਈ ਕਿਸੇ ਦੇ ਨਾਲ ਵੀ ਨਹੀਂ। ਸਿਧਾਂਤ ਦੀ ਕਸਵੱਟੀ ਤੇ ਨਾ ਪੂਰੇ ਉਤਰਦੇ ਹੋਏ ਵੇਖ ਕਰਕੇ ਮੈਂ ਉਹਨਾਂ ਦੇ ਨਾਲੋਂ ਆਪਣਾ ਕਿਨਾਰਾ ਕੀਤਾ ਸੀ। ਸਿੱਖਾਂ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ, 5 ਤਖਤ ਸਾਹਿਬਾਨ ਨੇ, ਤੁਹਾਨੂੰ ਜ਼ਿੰਮੇਵਾਰੀ ਮਿਲੀ ਸੀ। ਤੁਸੀਂ ਕਿਹਾ ਕਿ ਸਿੱਖ ਕੌਮ ਨਾਲ ਨਿਆਂ ਨਹੀਂ ਕਰ ਰਹੀ। ਜੇ ਐਡੇ ਵੱਡੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋਏ ਜਿਹੜੇ ਸਿੱਖ ਸਾਡੇ ਆਗੂ ਨੇ ਸਿੱਖਾਂ ਨਾਲ ਨਿਆਂ ਨਹੀਂ ਕਰਦੇ, ਤਾਂ ਕੌਮ ਅੱਗੇ ਆਉਣ ਵਾਲੇ ਸਮੇਂ 'ਚ ਕਿਹਦੇ ਤੇ ਵਿਸ਼ਵਾਸ ਕਰੇਗੀ? ਮੈਂ ਸਮਝਦਾ ਕਿ ਸਭ ਤੋਂ ਵੱਡਾ ਆਗੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ,
ਆਪਾਂ ਨੂੰ ਉਹਨਾਂ ਦੀ, ਜੇਕਰ ਮੰਨ ਲਓ ਕਿਸੇ ਸੰਪਰਦਾ ਦਾ ਜਥੇਦਾਰ ਜਾਂ ਕਿਸੇ ਤਖਤ ਦਾ ਜ਼ਿੰਮੇਵਾਰ ਜਥੇਦਾਰ ਸਾਡੀ ਅਗਵਾਈ ਨਹੀਂ ਕਰਦਾ, ਤੇ ਸਾਡੇ ਸਭ ਤੋਂ ਵੱਡੇ ਮੁਖੀ ਅਗਵਾਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਆਪਾਂ ਉਹਨਾਂ ਨੂੰ ਆਗੂ ਮੰਨ ਕਰਕੇ, ਆਪਾਂ ਉਹਨਾਂ ਤੋਂ ਅਗਵਾਈ ਲੈ ਕਰਕੇ, ਆਪਾਂ ਉਹਨਾਂ ਦੀ ਤਾਬਿਆਂ ਵਿੱਚ ਬੈਠ ਕਰਕੇ ਅਗਵਾਈ ਕਰ ਸਕਦੇ ਹਾਂ। ਜੇਕਰ ਕਿਸੇ ਨੇ ਸਾਨੂੰ ਪਿੱਠ ਦਿੱਤੀ, ਪਿੱਛਾ ਦਿੱਤਾ, ਆਪਾਂ ਉਹਦਾ ਬਾਈਕਾਟ ਕਰ ਸਕਦੇ ਹਾਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜਿਉਂਦੇ ਜਾਗਦੇ ਗੁਰੂ ਆ, ਆਪਾਂ ਨੂੰ ਉਹਨਾਂ ਦੀ ਅਗਵਾਈ ਹੇਠ ਤੇ ਚੱਲਣਾ ਚਾਹੀਦਾ। ਜੇ ਕੋਈ ਮਨੁੱਖ ਧੋਖਾ ਕਰਦਾ, ਆਪਣੇ ਕੀਤੇ ਹੋਏ ਪਰਨਾਂ ਦੇ ਉੱਪਰ ਪੂਰਾ ਨਹੀਂ ਉਤਰਦਾ, ਆਪਾਂ ਨੂੰ ਉਹਦੇ ਤੋਂ ਬਾਈਕਾਟ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੱਚੀ ਤੇ ਸੁੱਚੀ ਅਗਵਾਈ ਕਬੂਲਣੀ ਚਾਹੀਦੀ। ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਲੈਣ ਲਈ ਇੱਕ ਸ਼ਾਂਤਮਈ ਮੋਰਚਾ ਬਰਗਾੜੀ 'ਚ ਲੱਗਦਾ ਹੈ। ਤੁਸੀਂ ਜਥੇਦਾਰ ਉਸ ਦੀ ਅਗਵਾਈ ਕਰਦੇ ਹੋ, ਫਿਰ ਕੁਝ ਸਮੇਂ ਬਾਅਦ ਤੁਸੀਂ ਵੱਖ ਹੋ ਜਾਂਦੇ ਹੋ, ਦੋ ਜਥੇਦਾਰਾਂ ਦੀ ਕਮਾਂਡ ਸੰਭਾਲਦੇ ਨੇ, ਫਿਰ ਇੱਕ ਨਾਟਕੀ ਢੰਗ ਨਾਲ ਜਿਹੜਾ ਆ ਉਹ ਸਮਾਪਤੀ ਕਰ ਦਿੱਤੀ ਜਾਂਦੀ ਆ ਮੋਰਚੇ ਦੀ। ਉਸ ਤੋਂ ਬਾਅਦ ਕਾਂਗਰਸ ਦਾ ਇੱਕ ਕੈਬਨਿਟ ਮਿਨਿਸਟਰ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦਾ ਹੈ ਸ਼ਰੇਆਮ ਕਿ ਬਰਗਾੜੀ ਮੋਰਚਾ ਅਸੀਂ ਲਵਾਇਆ ਸੀ, ਤੇ ਜਦੋਂ ਸਾਡਾ ਇਹ 'ਚੋਂ ਮਤਲਬ ਪੂਰਾ ਹੋ ਗਿਆ ਉਦੋਂ ਅਸੀਂ ਇਹਨੂੰ ਸਮਾਪਤ ਕਰਵਾ ਦਿੱਤਾ। ਕੀ ਤੁਹਾਨੂੰ ਇਸ ਗੱਲ ਦਾ ਪਹਿਲੋਂ ਸੰਕੇਤ ਮਿਲ ਗਿਆ ਸੀ ਕਿ ਕਾਂਗਰਸ ਦੀ ਦੇਣ ਹੈ? ਵੇਖੋ, ਬਰਗਾੜੀ ਮੋਰਚਾ 1 ਜੂਨ ਨੂੰ ਭਾਈ ਧਿਆਨ ਸਿੰਘ ਮੰਡ ਨੇ ਲਾਇਆ ਸੀ। ਉਸ ਟਾਈਮ ਤੇ ਮੌਕੇ ਤੇ ਮੈਂ ਹਾਜ਼ਰ ਨਹੀਂ ਸੀ। ਆਮ ਤੌਰ ਤੇ ਜਿਵੇਂ ਸਿੱਖ ਸੰਗਤਾਂ ਜਾਂਦੀਆਂ, ਮੈਂ ਆਮ ਸ਼ਰਧਾਲੂ ਬਣ ਕੇ ਆਪਣਾ ਇਨਸਾਨੀਅਤ ਫਰਜ਼ ਸਮਝ ਕਰਕੇ ਮੈਂ ਬਰਗਾੜੀ ਮੋਰਚੇ ਵਿੱਚ ਜਾਂਦਾ ਰਿਹਾ। ਪਰ ਜਦੋਂ ਮੈਨੂੰ ਬਰਗਾੜੀ ਮੋਰਚੇ ਦੀ ਕੋਈ ਪ੍ਰਾਪਤੀ ਨਹੀਂ ਦਿਸੀ, ਮੈਂ ਉਥੇ ਮੋਰਚੇ ਤੋਂ ਵੀ ਆਪਣਾ ਬਾਈਕਾਟ ਕੀਤਾ ਸੀ। ਇਸ ਕਰਕੇ ਮੈਂ ਸ਼ਰਧਾਲੂ ਬਣ ਕਰਕੇ, ਜ਼ਿੰਮੇਵਾਰ ਨਹੀਂ, ਜ਼ਿੰਮੇਵਾਰ ਭਾਈ ਧਿਆਨ ਸਿੰਘ ਮੰਡ ਸਨ, ਉਹਨਾਂ ਨੇ ਮੋਰਚਾ ਲਾਇਆ ਸੀ। ਕਿਹਦੇ ਕਹਿਣ ਤੇ ਲਾਇਆ ਸੀ, ਕਿਵੇਂ ਲਾਇਆ ਸੀ, ਉਹਦੇ ਬਾਰੇ ਤੇ ਭਾਈ ਧਿਆਨ ਸਿੰਘ ਮੰਡ ਦੱਸ ਸਕਦੇ ਆ। ਇਹ ਮੇਰਾ ਮੋਰਚਾ ਨਹੀਂ ਸੀ। ਆਮ ਤੌਰ ਤੇ ਉੱਤੇ ਸਾਰੀਆਂ ਸਮੁੱਚੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ, ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂ ਵੀ ਜਾਂਦੇ ਰਿਹਾ। ਇਸ ਤਰ੍ਹਾਂ ਮੈਂ ਇਨਸਾਨੀਅਤ ਨਾਤੇ ਆਪਣਾ ਸਿੱਖੀ ਫਰਜ਼ ਨਿਭਾਉਣ ਵਾਸਤੇ ਬਰਗਾੜੀ ਮੋਰਚੇ ਵਿੱਚ ਜਿੰਨੀ ਪਰਮੇਸ਼ਰ ਨੇ ਮੈਨੂੰ ਮਤ ਬੁੱਧ ਬਖਸ਼ੀ ਸੀ, ਮੈਂ ਸੇਵਾ ਕੀਤੀ ਆ। ਜਦੋਂ ਮੈਨੂੰ ਕੋਈ ਪ੍ਰਾਪਤੀ ਵਾਲੀ ਆਸ ਕਿਰਨ ਉੱਥੋਂ ਨਹੀਂ ਦਿਸੀ, ਤੇ ਆਪਾਂ ਉਸ ਮੋਰਚੇ ਦਾ ਵੀ ਬਾਈਕਾਟ ਸਮਾਪਤ ਹੋਣ ਤੋਂ ਪਹਿਲਾਂ ਕਰ ਦਿੱਤਾ ਸੀ। ਇਸ ਕਰਕੇ ਜਵਾਬ ਦੇ ਉਹ ਆ ਜਿਨ੍ਹਾਂ ਨੇ ਮੋਰਚਾ ਲਾਇਆ। ਭਾਈ ਅਮਰੀਕ ਸਿੰਘ ਨੇ ਬਰਗਾੜੀ ਮੋਰਚਾ ਨਹੀਂ ਸੀ ਲਾਇਆ। ਆਮ ਤੌਰ ਤੇ ਆਪਾਂ ਸਿੱਖ ਨਾਤੇ ਜਾਂ ਸਿੱਖ ਧਰਮ ਦੇ ਅਸੂਲਾਂ ਅਨੁਸਾਰ ਜਾਂ ਗੁਰਮਤਿ ਤੇ ਪਹਿਰਾ ਦਿੰਦੇ ਹੋਏ ਆਪਾਂ ਜਾਂਦੇ ਰਹੇ ਹਾਂ, ਕਿਉਂਕਿ ਉੱਥੇ ਇਹ ਕਿਹਾ ਗਿਆ ਸੀ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਮੋਰਚਾ ਲਾਇਆ। ਇਸ ਕਰਕੇ ਮੈਂ ਆਪਣਾ ਫਰਜ਼ ਸਮਝਦਾ ਹੋਇਆ, ਆਪਣੇ ਫਰਜ਼ਾਂ ਦੀ ਪਾਲਣਾ ਕਰਦਾ ਹੋਇਆ ਤੇ ਗਿਆ। ਬਰਗਾੜੀ ਮੋਰਚਾ ਮੈਂ ਨਹੀਂ ਸੀ ਲਾਇਆ, ਇਹ ਭਾਈ ਧਿਆਨ ਸਿੰਘ ਮੰਡ ਨੇ ਲਾਇਆ ਸੀ। ਕਿਵੇਂ ਲਾਇਆ ਸੀ, ਕਿਹਦੇ ਕਹਿਣ ਤੇ ਲਾਇਆ ਸੀ, ਇਹ ਭਾਈ ਧਿਆਨ ਸਿੰਘ ਮੰਡ ਜਵਾਬ ਦੇ ਸਕਦਾ, ਇਹ ਮੇਰਾ ਜਵਾਬ ਨਹੀਂ। ਭਾਈ ਸਾਹਿਬ, ਇੱਕ ਮੇਰਾ ਲਾਸਟ ਸਵਾਲ ਹੈ ਜੋ ਨਾ ਸਿੱਖ ਹਲਕਿਆਂ ਦੇ ਵਿੱਚ, ਦੇਸ਼ ਵਿਦੇਸ਼ ਦੇ ਸਿੱਖਾਂ ਦੇ ਵਿੱਚ ਵੀ ਆਮ ਮਿਲਦਾ ਆ, ਸਾਡੇ ਤੱਕ ਵੀ ਲੋਕ ਸਵਾਲ ਕਰਦੇ ਨੇ ਕਿ ਭਾਈ ਸਾਹਿਬ, ਵੈਸੇ ਸਵਾਲ ਤਾਂ ਥੋੜਾ ਪਚੀਦਾ ਹੈ, ਮੈਂ ਚਾਹੁੰਦਾ ਕਿ ਉਹ ਜਿਹੜੀ ਗੱਲ ਹੈ ਉਹ ਕਲੀਅਰ ਕੀਤੀ ਜਾਣੀ ਚਾਹੀਦੀ ਆ ਕਿ ਤੁਹਾਡੀ ਜਿਹੜੀ ਇੱਕ ਛਵੀ ਆ, ਇੱਕ ਦਿੱਖ ਹੈ ਉਹ ਸਿੱਖਾਂ 'ਚ ਜਿਵੇਂ ਤੁਸੀਂ ਵਿਚਰਦੇ ਪਏ ਹੋ, ਉਹ ਕਲੀਅਰ ਜਿਹੜੀ ਆ ਉਹ ਸਾਹਮਣੇ ਆਵੇ। ਉਹਨਾਂ ਦਾ ਇਹ ਮੰਨਣਾ ਹੈ ਕਿ ਜਦੋਂ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਤੇ ਭਾਈ ਸਾਹਿਬ ਦਾ ਇੱਕ ਉੱਥੋਂ ਦੀ ਜਿਹੜੀ ਸਿੱਖ ਲੀਡਰਸ਼ਿਪ ਸੀ, ਸਰਬੱਤ ਖਾਲਸਾ ਦੀ ਕਮਾਂਡ ਜਿਹੜੀ ਸੰਭਾਲ ਰਹੀ ਸੀ, ਉਹਨਾਂ ਨੂੰ ਇੱਕ ਇਹ ਮੰਗ ਕਹਿ ਲਓ ਜਾਂ ਤੁਹਾਡੀ ਖੁਆਇਸ਼ ਕਹਿ ਲਓ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੈਨੂੰ ਜਿਹੜਾ ਹੈ ਉਹ ਐਲਾਨਿਆ ਜਾਣਾ ਚਾਹੀਦਾ। ਜਦੋਂ ਇਹ ਗੱਲ ਨਹੀਂ ਹੋਈ ਤਾਂ ਤੁਹਾਡੇ ਮਨ 'ਚ ਕਿਤੇ ਨਾ ਕਿਤੇ ਉਦੋਂ ਹੀ ਜਿਹੜਾ ਹੈ ਉਹਨਾਂ ਨਾਲ ਵੱਖਰਾ ਜਿਹੜਾ ਹੈ ਇੱਕ ਮਤਭੇਦ ਜਿਹੜੇ ਪੈਦਾ ਹੋ ਗਏ ਸੀ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਗੁਰਮੁਖੋ, ਇਹ ਜਿਹੜੀ ਗੱਲ ਹੈ ਸਰਾਸਰ 100% ਹੀ ਝੂਠੀ ਹੈ। ਮੈਂ ਕਿਸੇ ਵੀ ਤਖਤ ਦੀ ਅਹੁਦੇਦਾਰੀ ਦੀ ਇੱਛਾ ਨੂੰ ਲੈ ਕਰਕੇ ਨਹੀਂ ਸੀ ਗਿਆ। ਬਾਕੀ ਜੇ ਕੋਈ ਕਹਿੰਦਾ ਨਾ 100% ਹੀ ਝੂਠ ਹੈ, ਸਾਡੇ ਉਸ ਟਾਈਮ ਤੇ ਕਿਸੇ ਦੇ ਨਾਲ ਕੋਈ ਮਤਭੇਦ ਨਹੀਂ ਸਨ। ਜੇ ਕੋਈ ਕਹਿੰਦਾ ਨਾ, ਉਹਦੇ ਆਪਣੇ ਨਿੱਜੀ ਖਿਆਲ ਹੋ ਸਕਦੇ ਆ, ਪਰ ਇਹ ਸਾਡੇ ਵਿੱਚ ਜਥੇਦਾਰੀਆਂ ਨੂੰ ਲੈ ਕਰਕੇ ਕਦੇ ਵਾਦ-ਵਾਦ ਨਹੀਂ ਸੀ ਹੋਇਆ। ਜੇ ਕੋਈ ਕਹਿੰਦਾ ਨਾ ਕਿ ਸਰਾਸਰ ਝੂਠ ਆ, ਇਹਦੇ ਵਿੱਚ 1% ਵੀ ਕੋਈ ਸੱਚਾਈ ਨਹੀਂ। ਲਾਸਟ ਜੀ, ਇਸ ਵੇਲੇ ਵਾਇਰਸ ਜਿਹੜਾ ਹੈ ਉਹ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਾ, ਵੱਡੇ ਪੱਧਰ ਤੇ ਦੇਸ਼ ਵਿਦੇਸ਼ਾਂ 'ਚ ਵੀ ਫੈਲਦਾ ਜਾ ਰਿਹਾ। ਸਾਡਾ ਭਾਰਤ ਵੀ ਦੀ ਲਪੇਟ 'ਚ, ਖਾਸ ਕਰਕੇ ਪੰਜਾਬ ਵੀ। ਸਿੱਖਾਂ ਨੂੰ, ਸਿੱਖ ਸੰਗਤਾਂ ਨੂੰ ਕੀ ਅਪੀਲ ਕਰੋਗੇ ਕਿ ਸਿੱਖਾਂ ਦੇ ਜਿਹੜੇ ਅੱਗੇ ਧਾਰਮਿਕ ਦਿਹਾੜੇ ਆ ਗੁਰੂ ਸਾਹਿਬਾਨਾਂ ਦੇ ਆ ਰਹੇ ਨੇ,
ਡੇ ਟੂ ਡੇ ਮਿਲ ਕੇ ਆ ਰਹੇ ਨੇ। ਲੋਕ ਕਿਸੇ ਤਰ੍ਹਾਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ। ਗੁਰਦੁਆਰੇ ਜਿਹੜੇ ਉੱਥੇ ਆਪਾਂ ਜਾ ਨਹੀਂ ਸਕਦੇ ਵਾਇਰਸ ਨੂੰ ਲੈ ਕੇ, ਘਰਾਂ 'ਚ ਰਹਿ ਕੇ ਜਾਂ ਆਪਣੇ ਪਿੰਡ ਦੇ ਗੁਰਦੁਆਰਿਆਂ 'ਚ ਰਹਿ ਕੇ ਕਿਵੇਂ ਗੁਰੂ ਸਾਹਿਬ ਨੂੰ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਜੀ? ਵੇਖੋ, ਜਿਹੜੇ ਗੁਰਪੁਰਬ ਆ ਉਹਨਾਂ ਨੂੰ ਮਨਾਉਣ ਤੇ ਕਦੇ ਵਾਸਤੇ ਸਰਕਾਰ ਵੱਲੋਂ ਪਾਬੰਦੀ ਨਹੀਂ ਲਾਉਣੀ ਚਾਹੀਦੀ। ਜੇਕਰ ਉਹਨਾਂ ਨੂੰ ਡਰ ਆ ਕਿ ਜ਼ਿਆਦਾ ਇਕੱਠ ਦੇ ਨਾਲ ਇਹ ਬਿਮਾਰੀ ਵੱਧ ਫੈਲ ਸਕਦੀ ਆ, ਗੁਰਮੁਖੋ ਜਿਵੇਂ ਪਿੰਡ ਦੇ ਵਿੱਚ ਗੁਰਦੁਆਰਾ ਹੁੰਦਾ, ਆਪਾਂ ਨੂੰ ਇਹ ਗੁਰਪੁਰਬ ਆਉਣ ਵਾਲੇ ਸਮੇਂ ਵਿੱਚ ਪਿੰਡ ਲੈਵਲ ਤੇ ਮਨਾਉਣੇ ਚਾਹੀਦੇ। ਆਪਾਂ ਗੁਰਪੁਰਬ ਮਨਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਜਿੱਥੇ ਜਿੱਥੇ ਕੋਈ ਸਿੱਖ ਬੈਠਾ, ਭਾਵੇਂ ਸ਼ਹਿਰ ਵਿੱਚ ਆ ਭਾਵੇਂ ਪਿੰਡ ਵਿੱਚ ਆ, ਕਿਸੇ ਕਸਬੇ ਵਿੱਚ ਰਹਿੰਦਾ, ਜਿੱਥੇ ਜਿੱਥੇ ਸਿੱਖ ਬੈਠਾ ਆਪਣੀ ਭਾਵਨਾ ਦਾ ਪ੍ਰਗਟਾਵਾ ਆਉਣ ਵਾਲੇ ਜਿਹੜੇ ਗੁਰਪੁਰਬ ਆ ਉਹਨੂੰ ਸ਼ਰਧਾ ਤੇ ਭਾਵਨਾ ਨਾਲ ਮਨਾਉਣੇ ਚਾਹੀਦੇ ਆ। ਪਰ ਸਰਕਾਰ ਨੂੰ ਵੀ ਇੰਨਾ ਮਜਬੂਰ ਨਹੀਂ ਕਰਨਾ ਚਾਹੀਦਾ ਵੀ ਭਾਈ ਗੁਰਦੁਆਰੇ ਵਿੱਚ ਇਕੱਠ ਨਹੀਂ ਕਰਨਾ, ਇੱਥੇ ਕੋਈ ਗੁਰਪੁਰਬ ਨਹੀਂ ਮਨਾਉਣਾ। ਇਹ ਤੇ ਫਿਰ ਜ਼ਬਰਦਸਤੀ ਇੱਕ ਧੱਕਾ ਹੋਵੇਗਾ ਤੇ ਧੱਕਾ ਗੁਰਮੁਖ ਸਦਾ ਵਾਸਤੇ ਚੱਲਦਾ ਨਹੀਂ। ਜਿੱਥੇ ਜਿੱਥੇ ਕਿਸੇ ਦੀ ਭਾਵਨਾ ਜੁੜੀ ਆ ਉਹਨੂੰ ਭਾਵਨਾ ਨੂੰ ਕਦੇ ਵਾਸਤੇ ਤੋੜਨਾ ਨਹੀਂ ਚਾਹੀਦਾ। ਜਿੱਥੇ ਜਿੱਥੇ ਸਿੱਖ ਬੈਠਾ ਆਪਣੀ ਭਾਵਨਾ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਗੁਰਪੁਰਬ ਜ਼ਰੂਰ ਮਨਾਉਣੇ ਚਾਹੀਦੇ ਆ। ਕਿਸੇ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਜਲੀਲ ਨਹੀਂ ਕਰਨਾ ਚਾਹੀਦਾ। ਸੋ ਦੋਸਤੋ, ਇਹ ਸਨ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਜਿਨ੍ਹਾਂ ਨੇ ਧਾਰਮਿਕ, ਸਮਾਜਿਕ ਤੇ ਸੱਭਿਅਕ ਮੁੱਦਿਆਂ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਹੈ ਔਰ ਇੱਕ ਵਿਵਾਕ ਇੰਟਰਵਿਊ ਰਾਹੀਂ ਉਹਨਾਂ ਗੱਲਾਂ ਤੋਂ ਵੀ ਪਰਦਾ ਚੁੱਕਿਆ ਜਿਹੜੀਆਂ ਲੋਕਾਂ ਦੇ ਮਨਾਂ ਵਿੱਚ ਆਮ ਅਫਵਾਹਾਂ ਸਨ। ਸੋ ਦੋਸਤੋ, ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਤੁਹਾਨੂੰ ਹੋਰ ਵੀ ਅੱਗੇ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਇਸ ਵੇਲੇ ਕੈਮਰਾਮੈਨ ਕਰਨ ਦੇ ਨਾਲ ਕੁਰਿੰਦਰ ਸਿੰਘ ਬਾਠ, ਰੋਜ਼ਾਨਾ ਸਪੋਕਸਮੈਨ TV